ਸਿੱਖ ਕੌਮ ਦਲੇਰ ਯੋਧਿਆਂ, ਜੁਝਾਰੂਆਂ, ਮਰਜੀ ਵੜਿਆ, ਸ਼ਹੀਦਾਂ ਮੁਰੀਦਾਂ, ਹੱਠੀਆਂ ਤੇ ਤਪੀਆਂ ਦੀ ਕੌਮ ਹੈ। ਸਿੱਖ ਧਰਮ ਦੇ ਵਿੱਚ ਸਿੱਖਾਂ ਦਾ ਦਾਖਲਾ ਹੀ ਸੀਸ ਭੇਟ ਦੇ ਨਾਲ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ ਮਨੁੱਖੀ ਕਦਰਾਂ ਕੀਮਤਾਂ ਤੇ ਸਿੱਖ ਪੰਥ ਦੀ ਮਰਿਆਦਾ ਨੂੰ ਜਿਉਂਦਾ ਰੱਖਣ ਵਾਲੀ ਵਿਚਾਰਧਾਰਕ ਭੂਮੀ ਨੂੰ ਬੰਜਰ ਹੋਣ ਤੋਂ ਬਚਾਇਆ। ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਦੀ ਵਿਚਾਰਧਾਰਾ ਤੇ ਅਮਲੀ ਵਰਤਾਰੇ ਨੂੰ ਸਿਖਰ ਉੱਤੇ ਪਹੁੰਚਾਇਆ। ਸਿੱਖ ਹੱਕ ਸੱਚ ਨਿਆਂ ਦੇ ਲਈ ਲੜਨ ਦੇ ਵਿੱਚ ਫਖਰ ਸਮਝਦੇ ਸਨ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਸ਼ਮੀਰ ਦੇ ਵਿੱਚੋਂ ਆਏ ਪੰਡਿਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਦੀ ਹਕੂਮਤ ਵੱਲੋਂ ਜ਼ਬਰੀ ਧਰਮ ਤਬਦੀਲੀ ਕਰਵਾਉਣ ਤੇ ਦੁੱਖਾਂ ਦੀ ਲੰਬੀ ਦਾਸਤਾਨ ਸੁਣਾਈ ਤਾਂ ਉਦੋਂ ਗੁਰੂ ਪਾਤਸ਼ਾਹ ਜੀ ਨੇ ਉੱਤਰ ਦਿੱਤਾ ਕਿ ਕਿਸੇ ਆਤਮਾ ਦੀ ਬਲੀ ਦੇ ਨਾਲ ਹਕੂਮਤ ਦੇ ਅਤਿਆਚਾਰ ਰੁਕ ਜਾਣਗੇ। ਤਾਂ ਉੱਥੇ ਖੜੇ 9 ਸਾਲਾਂ ਦੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਜ ਸੁਭਾਅ ਹੀ ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ, ਤੁਹਾਡੇ ਵੱਲੋਂ ਸਤਪੁਰਖ ਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਬਾਲ ਗੋਬਿੰਦ ਸਿੰਘ ਨੂੰ ਬੜੇ ਪ੍ਰਤਾਪੀ ਤੇ ਸਮਰੱਥ ਸਮਝ ਕੇ ਛਾਤੀ ਦੇ ਨਾਲ ਲਾਇਆ ਤੇ ਉਸ ਸਮੇਂ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਦੱਸ ਦੇਣ ਕਿ ਉਹਨਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਹਿਲਾਂ ਦੀਨ ਮੁਹੰਮਦੀ ਬਣਾਓ, ਫਿਰ ਆਪੇ ਹੀ ਸਭ ਮੁਸਲਮਾਨ ਬਣ ਜਾਣਗੇ। ਇਹ ਇੱਕ ਬਾਦਸ਼ਾਹ ਦੀ ਦੂਜੇ ਬਾਦਸ਼ਾਹ ਨੂੰ ਵੰਗਾਰ ਸੀ। ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਰਾਜਨੀਤਿਕ ਤੇ ਧਾਰਮਿਕ ਜ਼ੁਲਮਾਂ ਦਾ ਟਾਕਰਾ ਕਰਨ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਦਲੇਰੀ ਇੱਕ ਮਿਸਾਲ ਹੈ। ਗੁਰੂ ਜੀ ਨੇ ਆਪਣੇ ਪਿੱਛੇ ਧਾਰਮਿਕ ਆਜ਼ਾਦੀ ਦੇ ਲਈ ਖੜਨ ਦੀ ਇੱਕ ਵਿਰਾਸਤ ਛੱਡੀ ਹੈ। ਉਹਨਾਂ ਨੇ ਇਨਸਾਨ ਨੂੰ ਆਪਣੀ ਪਸੰਦ ਦਾ ਧਰਮ ਮੰਨਣ ਦੀ ਆਜ਼ਾਦੀ ਤੇ ਆਪਣੇ ਧਰਮ ਦੇ ਲਈ ਜਾਨ ਦੇਣ ਦੀ ਵਿਰਾਸਤ ਦਿੱਤੀ। ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦਾ ਉਧਾਰ ਕਰਨ ਦੇ ਲਈ ਪੂਰੀ ਦੁਨੀਆ ਪੈਦਲ ਕਰ ਦਿੱਤੀ ਤੇ ਝੂਠੇ ਕਰਮਕਾਂਡਾਂ ਤੋਂ ਲੋਕਾਂ ਨੂੰ ਦੂਰ ਕੀਤਾ। ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਅਧਿਕਾਰਾਂ ਦੇ ਲਈ ਆਵਾਜ਼ ਚੁੱਕ ਕੇ ਹਿੰਦੁਸਤਾਨ ਦੀ ਜਨਤਾ ਦੀ ਜ਼ਮੀਰ ਨੂੰ ਜਗਾਇਆ ਤੇ ਬਾਬਰ ਦੀ ਜ਼ਾਲਮ ਤੇ ਮੁਤਸਬੀ ਸੁਰ ਨੂੰ ਸੱਚ ਦੀ ਗੂੰਜ ਦੇ ਨਾਲ ਵੰਗਾਰਿਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਵਧੇਰੇ ਪ੍ਰਚਾਰ ਯਾਤਰਾਵਾਂ ਕੀਤੀਆਂ ਨੇ, ਜਿਹੜੀਆਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਅਸਾਮ, ਬੰਗਲਾਦੇਸ਼ ਤੱਕ ਫੈਲੀਆਂ ਹੋਈਆਂ ਨੇ। ਇਹਨਾਂ ਅਸਥਾਨਾਂ ਤੇ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਮੌਜੂਦ ਨੇ, ਜਿਹੜੇ ਉਹਨਾਂ ਦੀ ਦੇਵੀ ਹਸਤੀ ਤੇ ਪਰਉਪਕਾਰ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਨੇ। ਉਹਨਾਂ ਦੇ ਵਿੱਚੋਂ ਇੱਕ ਹੈ ਮਾਲਵੇ ਦੀ ਯਾਤਰਾ, ਜਿਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਜਿੱਥੇ ਧਰਮ ਪ੍ਰਚਾਰ ਕਰ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ, ਉੱਥੇ ਹੀ ਪਟਿਆਲੇ ਦੀ ਧਰਤੀ ਨੂੰ ਆਪਣੀ ਛੋਹ ਦੇ ਕੇ ਪਵਿੱਤਰ ਵੀ ਕੀਤਾ। ਗੁਰੂ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਦੂਜੇ ਧਰਮ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ। ਕਹਿੰਦੇ ਨੇ ਕਿ ਜਿੱਥੇ ਗੁਰੂਆਂ ਪੀਰਾਂ ਨੇ ਕਦਮ ਧਰੇ ਉਹ ਧਰਤੀ ਮੁਬਾਰਕ ਹੋਈ ਤੇ ਇਸ ਅਸਥਾਨ ਤੇ ਵੀ, ਇਸ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਪਹੁੰਚੇ ਤੇ ਧਰਤੀ ਨੂੰ ਪਾਕ ਲੱਗੇ ਸਨ। ਇਹ ਵੀ ਕਹਿੰਦੇ ਨੇ ਕਿ ਇੱਕ ਸਿੱਖ ਸ਼ਰਧਾਲੂ ਦੀ ਅਰਜ਼ੋਈ ਦੇ ਉੱਤੇ ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ਤੇ ਪਹੁੰਚੇ ਸਨ। ਇਹ ਭਾਗਾਂ ਵਾਲਾ ਅਸਥਾਨ ਹੈ, ਪਵਿੱਤਰ ਗੁਰਧਾਮ ਹੈ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ। ਆਓ ਜਾਣਦੇ ਹਾਂ ਇਸ ਦਰਖੇਸ ਧਰਤੀ ਦਾ ਇਤਿਹਾਸ ਤੇ ਕਰਦੇ ਹਾਂ ਇਸ ਦੇ ਖੁੱਲੇ ਦਰਸ਼ਨ ਦੀਦਾਰ। ਸ਼ਾਖੀ ਸ਼ਹਿਰ ਪਟਿਆਲਾ ਦੇ ਵਿੱਚ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਮੁੱਲਾ, ਅਹਿਮ ਤੇ ਵਿਸ਼ੇਸ਼ ਸਥਾਨ ਰੱਖਦਾ ਹੈ। ਇਸ ਸਥਾਨ ਨੂੰ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਚਰਨ ਛੋਹ ਦਾ ਸੁਭਾਗ ਪ੍ਰਾਪਤ ਹੋਇਆ। ਧਾਰਮਿਕ ਅਹਿਮੀਅਤ ਦੇ ਨਾਲ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਦੇ ਵਿੱਚ ਵੀ ਇਸ ਸਥਾਨ ਨੂੰ ਵਿਸ਼ੇਸ਼ ਦਰਜਾ ਹਾਸਲ ਹੋਇਆ। ਇਹ ਮਹਾਨ ਪਵਿੱਤਰ ਸਥਾਨ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੀ ਛੂਹ ਨੂੰ ਪ੍ਰਾਪਤ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 2 ਵਾਰੀ ਯਾਤਰਾ ਕੀਤੀ ਹੈ ਇਸ ਪਾਸੇ ਦੀ। ਪ੍ਰਥਮ ਯਾਤਰਾ ਜੋ ਗੁਰਦੇਵ ਜੀ ਨੇ ਮਾਲਵੇ ਨੂੰ ਤਾਰਨ ਦੀ ਜਾਂ ਚਲਦਿਆਂ ਚਲਦਿਆਂ ਪੂਰਬ ਦਿਸ਼ਾ ਨੂੰ ਗਏ ਨੇ,
ਜਿਹਦਾ ਜ਼ਿਕਰ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਵਿੱਚ ਵੀ ਕੀਤਾ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਿਰਬੇਣੀ ਪਏ, ਪੁੰਨ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਹਿਓ। ਉਹ ਜ਼ਿਕਰ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤਾ ਕਿ ਮੇਰੇ ਪਿਤਾ ਜੀ ਪੂਰਬ ਦਿਸ਼ਾ ਦੀ ਯਾਤਰਾ ਨੂੰ ਗਏ ਨੇ। ਜਦੋਂ ਗੁਰਦੇਵ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਪੂਰਬ ਦਿਸ਼ਾ ਨੂੰ ਗਏ ਨੇ, ਮਾਲਵੇ ਦੇ ਇਲਾਕੇ ਨੂੰ ਤਾਰਦਿਆਂ ਹੋਇਆਂ ਗੁਰਦੁਆਰਾ ਬਹਾਦਰਗੜ੍ਹ ਸਾਹਿਬ, ਜਿੱਥੇ ਸਤਿਗੁਰੂ ਜੀ ਨੇ 2 ਵਾਰੀ ਚਰਨ ਪਾਏ ਆ। ਇੱਕ ਵਾਰ ਜਦੋਂ ਸ਼ਹੀਦੀ ਦੇਣ ਵਾਸਤੇ ਗਏ ਆ ਉਸ ਵਕਤ ਚਰਨ ਪਾਏ, ਇੱਕ ਵਾਰ ਜਦੋਂ ਪੂਰਬ ਦਿਸ਼ਾ ਨੂੰ ਗਏ ਨੇ ਉਸ ਵਕਤ ਮਹਾਰਾਜ ਜੀ ਨੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਿਖੇ ਆਪਣੇ ਪਵਿੱਤਰ ਚਰਨ ਪਾਏ। ਕਿਉਂਕਿ ਬਹਾਦਰਗੜ੍ਹ ਸਾਹਿਬ ਸੈਫਦੀਨ ਨਾਮ ਦਾ ਇੱਕ ਮੁਸਲਮਾਨ ਸਤਿਗੁਰਾਂ ਦਾ ਮੁਰੀਦ ਸੀ, ਉਹਦੀ ਭਾਵਨਾ ਨੂੰ ਜਾਣਦਿਆਂ ਗੁਰਦੇਵ ਨੇ ਇੱਥੇ ਚਰਨ ਪਾਏ ਸਨ। ਗੁਰਦੁਆਰਾ ਬਹਾਦਰਗੜ੍ਹ ਸਾਹਿਬ ਤੋਂ ਹੀ ਚੱਲ ਕੇ ਸਤਿਗੁਰੂ ਜੀ ਇਸ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਹਾਜ਼ਰ ਹੋਏ। ਕਹਿੰਦੇ ਨੇ ਕਿ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਕਰਦਿਆਂ ਹੋਇਆਂ ਸ਼ਰਧਾਲੂਆਂ ਨੂੰ ਨਾਮ ਬਾਣੀ ਦੇ ਨਾਲ ਜੋੜਦਿਆਂ ਹੋਇਆਂ ਸੈਫਾਬਾਦ, ਜਿਹਨੂੰ ਕਿ ਅੱਜ ਕੱਲ ਬਹਾਦਰਗੜ੍ਹ ਆਖਿਆ ਜਾਂਦਾ ਹੈ, ਉੱਥੇ ਸਭ ਤੋਂ ਪਹਿਲਾਂ ਆਣ ਰੁਕੇ ਸਨ। ਤਾਂ ਗੁਰੂ ਸਾਹਿਬ ਨੇ ਆਪਣੇ ਇੱਕ ਅਨੰਤ ਸੇਵਕ ਭਾਗ ਰਾਮ ਚੂਰ ਦੀ ਬੇਨਤੀ ਤੇ ਇਸ ਅਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ। ਸਿੱਖ ਇਤਿਹਾਸ ਤੇ ਇੱਥੇ ਮੌਜੂਦ ਗੁਰੂ ਜੀ ਦੇ ਹੱਥ ਨਾਲ ਲਿਖੇ ਹੁਕਮਨਾਮੇ ਸਾਹਿਬ ਮੁਤਾਬਿਕ ਗੁਰੂ ਜੀ ਨੂੰ ਉਹਨਾਂ ਦੇ ਪਿਆਰੇ ਤੇ ਪੱਕੇ ਸੇਵਕ ਭਾਈ ਭਾਗ ਰਾਮ ਨੇ ਸੈਫਾਬਾਦ ਜਾ ਕੇ ਬੇਨਤੀ ਕੀਤੀ ਸੀ ਕਿ ਉਹ ਪਿੰਡ ਲਹਿਲ ਵਿਖੇ ਆਪਣੇ ਪਵਿੱਤਰ ਚਰਨ ਪਾਉਣ, ਤਾਂ ਕਿ ਪਿੰਡ ਦੇ ਬੱਚਿਆਂ ਦੇ ਵਿੱਚ ਫੈਲੀ ਭਿਆਨਕ ਤੇ ਨਾਮੁਰਾਦ ਸੋਕੇ ਦੀ ਬਿਮਾਰੀ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਸਕੇ। ਭਾਈ ਭਾਗ ਰਾਮ ਸੇਵਕ ਦੀ ਬੇਨਤੀ ਮੰਨ ਕੇ ਪਿੰਡ ਵਾਸੀਆਂ ਨੂੰ ਸੰਕਟ ਤੋਂ ਛੁਟਕਾਰਾ ਦਿਵਾਉਣ ਦੇ ਲਈ ਗੁਰੂ ਸਾਹਿਬ 5 ਮਾਘ ਸੁਦੀ ਬਿਕਰਮੀ ਸੰਮਤ 1728 ਈਸਵੀ ਨੂੰ ਇਸ ਅਸਥਾਨ ਤੇ ਇੱਕ ਟੋਬੇ ਦੇ ਕੰਢੇ ਬੋੜ ਦੇ ਦਰਖਤ ਹੇਠਾਂ ਆ ਕੇ ਵਿਰਾਜਮਾਨ ਹੋਏ। ਗੁਰੂ ਸਾਹਿਬ ਦੀ ਦਿਵਿਆ ਦ੍ਰਿਸ਼ਟੀ ਦੇ ਨਾਲ ਪਿੰਡ ਵਾਸੀਆਂ ਦੀ ਬਿਮਾਰੀ ਠੀਕ ਹੋਈ। ਹੁਕਮ ਕੀਤਾ ਕਿ ਜੋ ਪ੍ਰਾਣੀ ਸ਼ਰਧਾ ਦੇ ਨਾਲ ਇਸ ਟੋਬੇ ਦੇ ਵਿੱਚ ਇਸ਼ਨਾਨ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਉਹਨਾਂ ਇਹ ਵੀ ਬਚਨ ਕੀਤਾ ਕਿ ਜੋ ਪ੍ਰਾਣੀ ਇੱਥੇ ਬਸੰਤ ਪੰਚਮੀ ਨੂੰ ਇਸ਼ਨਾਨ ਕਰਨਗੇ ਉਹਨਾਂ ਨੂੰ ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ। ਇਸ ਜਗ੍ਹਾ ਤੇ ਇੱਕ ਪਿੰਡ ਸੀ ਜਿਸ ਪਿੰਡ ਦਾ ਨਾਮ ਲਹਿਲ ਗਾਮ ਸੀ। ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਉਹਨੂੰ ਲਹਿਲ ਕਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ। ਲਹਿਲ ਪਿੰਡ ਦੇ ਰਹਿਣ ਵਾਲੇ ਭਾਈ ਭਾਗ ਰਾਮ ਜੀ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਸਨ। ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਆਪ ਜੀ ਚਰਨ ਪਾਓ, ਔਰ ਨਾਲ ਬੇਨਤੀ ਕੀਤੀ ਮਹਾਰਾਜ ਸਾਡੇ ਨਗਰ ਦੇ ਵਿੱਚ ਮਹਾਮਾਰੀ ਫੈਲੀ ਹੋਈ ਹੈ, ਰੋਗਾਂ ਦੇ ਨਾਲ ਬਿਮਾਰੀਆਂ ਦੇ ਨਾਲ ਲੋਕ ਮਰ ਰਹੇ ਹੈ, ਔਰ ਸਾਡੇ ਨਗਰ ਦੇ ਵਿੱਚ ਆਬਾਦੀ ਨਹੀਂ ਵੱਧਦੀ। ਗਰੀਬ ਨਵਾਜ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਜੋ ਲਹਿਲ ਪਿੰਡ ਦਾ ਇਹ ਟੋਭਾ ਸੀ, ਇਸ ਟੋਭੇ ਦੇ ਵਿੱਚ ਸਤਿਗੁਰੂ ਜੀ ਨੇ ਆਪਣੇ ਚਰਨ ਪਾਏ ਔਰ ਬਚਨ ਕੀਤਾ ਕਿ ਜਿਹੜਾ ਇਸ ਪਾਵਨ ਜਲ ਵਿੱਚ, ਇਸ ਸਰੋਵਰ ਦੇ ਵਿੱਚ ਜੋ ਹੁਣ ਸਰੋਵਰ ਦੇ ਰੂਪ ਦੇ ਵਿੱਚ ਸ਼ੋਭਿਤ ਹੈ, ਕਿ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹਦੇ ਦੁੱਖਾਂ ਦੀ, ਰੋਗਾਂ ਦੀ ਨਿਵਰਤੀ ਹੋਵੇਗੀ, ਉਹਦੇ ਰੋਗ ਖੰਡੇ ਜਾਣਗੇ। ਬਕਾਇਦਾ ਇਹ ਸਾਰੇ ਬਚਨ ਜੋ ਮੈਂ ਆਪ ਜੀ ਨੂੰ ਸਰਵਣ ਕਰਾ ਰਿਹਾ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਹੱਥਾਂ ਨਾਲ ਲਿਖੇ ਹੋਏ ਪਾਵਨ ਹੁਕਮਨਾਮੇ ਦੇ ਵਿੱਚ ਇਹ ਸਾਰੇ ਬਚਨ ਸੁਸ਼ੋਭਿਤ ਨੇ। ਜੋ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਉਹ ਪਾਵਨ ਹੁਕਮਨਾਮੇ ਸੁਸ਼ੋਭਿਤ ਨੇ, ਸੰਗਤਾਂ ਦਰਸ਼ਨ ਕਰਦੀਆਂ ਹਨ। ਉਸ ਪਵਿੱਤਰ ਹੁਕਮਨਾਮੇ ਦੇ ਇਤਿਹਾਸ ਮੁਤਾਬਕ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਸੰਤ ਪੰਚਮੀ ਵਾਲੇ ਦਿਨ, ਮਾਘ ਮਹੀਨੇ ਦੀ ਸ਼ੁਕਲ ਪੱਖ ਦੀ ਜਿਹੜੀ ਪੰਚਮੀ, ਉਹ ਬਸੰਤ ਪੰਚਮੀ ਦਾ ਦਿਨ ਬਣਦਾ ਹੈ। ਬਸੰਤ ਪੰਚਮੀ ਵਾਲੇ ਦਿਨ ਸਤਿਗੁਰੂ 9ਵੇਂ ਪਾਤਸ਼ਾਹ ਜੀ ਨੇ ਇਸ ਪਵਿੱਤਰ ਸਥਾਨ ਤੇ ਆਪਣੇ ਚਰਨ ਪਾਏ। ਇਸੇ ਕਰਕੇ ਹਰ ਸਾਲ ਬੇਅੰਤ ਸੰਗਤਾਂ ਇਸ ਪਵਿੱਤਰ ਸਥਾਨ ਤੇ ਬਸੰਤ ਪੰਚਮੀ ਵਾਲੇ ਦਿਨ ਹਾਜ਼ਰੀਆਂ ਭਰ ਕੇ ਸਾਲਾਨਾ ਜੋੜ ਮੇਲੇ ਮਨਾਉਂਦੀਆਂ, ਔਰ ਹਰ ਮਹੀਨੇ ਪੰਚਮੀ ਦੇ ਜਿਹੜੇ ਜੋੜ ਮਹੀਨੇਵਾਰ ਦੇ ਸਮਾਗਮ ਨੇ ਉਹ ਇਸ ਪਵਿੱਤਰ ਪਾਵਨ ਸਥਾਨ ਤੇ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਖਾਲਸਾ ਜੀ, ਮੈਨੂੰ ਇੱਥੇ ਕਿੰਨੇ ਸਾਲ ਗੁਰਦੁਆਰਾ ਸਾਹਿਬ ਆਉਂਦਿਆਂ ਨੂੰ ਹੋ ਗਏ ਹਨ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਦੁਆਰਾ ਸਾਹਿਬ ਦੀ
ਬਹੁਤ ਬਖਸ਼ਿਸ਼ ਹੈ, ਕਿਉਂਕਿ ਇੱਥੇ ਜਿਹੜੇ ਵੀ ਆਉਂਦੇ ਹਨ ਉਹਨਾਂ ਦੇ ਦੁੱਖ ਕੱਟੇ ਜਾਂਦੇ ਹਨ। ਜੋ ਆਦਮੀ ਇਸ਼ਨਾਨ ਕਰਦਾ ਹੈ ਉਸ ਦੇ ਦੁੱਖ ਕੱਟੇ ਜਾਂਦੇ ਹਨ। ਖਾਸ ਕਰਕੇ ਪੰਚਮੀ ਵਾਲੇ ਦਿਨ ਜਿਹੜਾ ਬੰਦਾ 5 ਪੰਚਮੀਆਂ ਇਸ਼ਨਾਨ ਕਰ ਲੇਗਾ ਉਹਦੇ ਦੁੱਖ ਸਕੜ ਦੂਰ ਕੀਤੇ ਜਾਂਦੇ ਹਨ। ਨੰਬਰ 2 ਇੱਥੇ ਇੱਕ ਜੋਤ ਸਾਹਿਬ ਹੈਗਾ, ਜੋਤ ਸਾਹਿਬ ਜਿੱਥੇ ਆਪਾਂ ਮੱਥਾ ਟੇਕਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਹੈਗੀ ਕਿ ਉਸ ਜਗ੍ਹਾ ਦੇ ਉੱਪਰ ਹਰ ਰੋਜ਼ ਡੇਲੀ ਸ਼ਾਮ ਦੇ ਟਾਈਮ ਬੰਦਾ ਅਰਦਾਸ ਕਰੇ, ਅਰਦਾਸ ਕਰਕੇ ਜਿਹੜਾ ਘਿਓ ਉਹ ਥੋੜ੍ਹਾ ਜਿਹਾ ਆਪਣੇ ਜਿਹੜੀ ਚੀਜ਼ ਤੁਹਾਡੀ ਦਰਦ ਕਰਦੀ ਹੈਗੀ ਉਹ 'ਤੇ ਤੁਸੀਂ ਲਗਾਓ ਤਾਂ ਪਰਮਾਤਮਾ ਐਸੀ ਬਖਸ਼ਿਸ਼ ਕਰਦਾ, ਸਭ ਠੀਕ ਹੋ ਜਾਂਦਾ। ਵੱਡੇ ਡਾਕਟਰ ਜਿਹੜੇ ਹੈਗੇ ਨਾ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਗੁਰੂ ਜੀ ਦੀ ਆਮਦ ਬਾਰੇ ਸੁਣ ਕੇ ਇੱਕ ਦੁਖਿਆਰੀ ਕਰਮਾ ਦੇਵੀ ਖਤਰਾਣੀ ਨੇ ਗੁਰੂ ਜੀ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਅਠਰਾਏ ਦੇ ਨਾਲ ਮੇਰੇ ਬੱਚੇ ਸ਼ਾਂਤ ਹੋ ਜਾਂਦੇ ਨੇ, ਮੇਰੀ ਗੋਦ ਖਾਲੀ ਹੈ, ਮੇਰੇ ਤੇ ਮਿਹਰ ਦੀ ਨਜ਼ਰ ਕਰੋ। ਗੁਰੂ ਜੀ ਨੇ ਉਸ ਦੌਰਾਨ ਹੁਕਮ ਕੀਤਾ ਸੀ ਕਿ ਇਸ ਸਥਾਨ ਤੇ ਇਸ਼ਨਾਨ ਕਰੋ, ਸਾਰੇ ਦੁੱਖ ਦੂਰ ਹੋ ਜਾਣਗੇ। ਇਸੇ ਤਰ੍ਹਾਂ ਗੁਰੂ ਜੀ ਨੇ ਆਪਣੇ ਸੇਵਕਾਂ ਦੇ ਦੁੱਖ ਹਰਨ ਕੀਤੇ, ਇਸ ਧਰਤੀ ਨੂੰ ਭਾਗ ਲਗਾ ਕੇ ਅਮਰ ਕੀਤਾ। ਇਸੇ ਕਾਰਨ ਇਸ ਸਥਾਨ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਆਖਿਆ ਜਾਂਦਾ ਹੈ। ਵਰਤਮਾਨ ਸਮੇਂ ਤੱਕ ਵੀ, ਅੱਜ ਦੇ ਇਸ ਸਮੇਂ ਤੱਕ ਵੀ ਸੈਂਕੜੇ ਇਹੋ ਜਿਹੇ ਰੋਗੀ ਨੇ, ਸੈਂਕੜੇ ਇਹੋ ਜਿਹੇ ਦੁਖਿਆਰੇ ਨੇ ਜਿਨ੍ਹਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਨੇ ਬੋੜੀ ਕੀਤੀ। ਸਤਿਗੁਰੂ ਜੀ ਦੇ ਪਾਵਨ ਸਰੋਵਰਾਂ ਵਿੱਚ ਇਸ਼ਨਾਨ ਕਰਕੇ ਅਨੇਕਾਂ ਦੁਖੀਆਂ ਦੇ ਦੁੱਖ ਨਿਰਵਿਰਤ ਹੁੰਦੇ ਹਨ। ਇਸੇ ਕਰਕੇ ਇਸ ਪਾਵਨ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਸੰਸਾਰ ਵਿੱਚ ਉੱਘਾ ਹੈ। ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਸ਼ੀਤਲ ਤੇ ਸਵੱਛ ਜਲ ਦੇ ਵਿੱਚ ਇਸ਼ਨਾਨ ਕਰਕੇ ਸੰਗਤਾਂ ਆਪਣੇ ਆਪ ਨੂੰ ਭਾਗਸ਼ਾਲੀ ਮੰਨਦੀਆਂ ਨੇ। ਇਹ ਗੁਰਦੁਆਰਾ ਸਾਹਿਬ ਪਟਿਆਲਾ ਬੱਸ ਸਟੈਂਡ ਤੋਂ ਉੱਤਰ ਵੱਲ 1 ਕਿਲੋਮੀਟਰ ਦੂਰ ਪਟਿਆਲਾ ਸਰਹੰਦ ਰੋਡ ਤੇ ਸਥਿਤ ਹੈ। ਇਸ ਸਮੇਂ ਆਲੀਸ਼ਾਨ, ਰਮਨੀਕ ਤੇ ਅਤ ਸੁੰਦਰ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਦੀ ਯਾਦ ਵਿੱਚ ਇੱਥੇ ਸੁਭਾਇਮਾਨ ਹੈ, ਜਿੱਥੇ ਸਿੱਖ ਸੰਗਤਾਂ ਤੇ ਗੁਰੂ ਨਾਨਕ ਨਾਮ ਲੈਵਾ ਸ਼ਰਧਾਲੂ ਆਪਣੀ ਰੂਹ ਦੀ ਖੁਰਾਕ ਗੁਰਬਾਣੀ ਸਰਵਰ ਕਰਨ ਤੇ ਮਨ ਦੀ ਆਤਮਿਕ ਸ਼ਾਂਤੀ ਦੇ ਲਈ ਨਤਮਸਤਕ ਹੁੰਦੇ ਨੇ। ਇੱਥੇ ਗੁਰਬਾਣੀ ਤੇ ਕੀਰਤਨ ਦਾ ਪ੍ਰਵਾਹ ਹਰ ਸਮੇਂ ਚੱਲਦਾ ਰਹਿੰਦਾ ਹੈ। ਸ਼ਰਧਾਲੂਆਂ ਦੀਆਂ ਇਸ ਦਰ ਤੋਂ ਮੰਗੀਆਂ ਮੁਰਾਦਾਂ ਪੂਰੀਆਂ ਹੋਈਆਂ ਨੇ। ਰੱਬ ਦੇ ਦਰ ਤੇ ਸਭ ਬਰਾਬਰ, ਹਰ ਕੋਈ ਚੁੱਕ ਕੇ ਇਸ ਥਾਂ ਤੇ ਝੋਲੀ ਅੜ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦੂਸਰੀ ਵੇਰ ਸ਼ਹੀਦੀ ਦੇਣ ਵਾਸਤੇ ਗਏ ਆ ਤੇ ਚਮਾਸਾ ਬਹਾਦਰਗੜ੍ਹ ਸਾਹਿਬ ਦੀ ਧਰਤੀ ਤੇ ਕੱਟਿਆ, ਉਸ ਵਕਤ ਗੁਰਦੇਵ ਪਟਿਆਲੇ ਸ਼ਹਿਰ ਵਿੱਚ ਇੱਕ ਦੂਸਰਾ ਸਥਾਨ ਗੁਰਦੁਆਰਾ ਮੋਤੀ ਬਾਗ ਸਾਹਿਬ, ਜੋ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਬੰਧ ਦੇ ਅਧੀਨ ਹੀ ਹੈ, ਉਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਪਹਿਰਾ ਕੱਟਿਆ ਤੇ ਸਮਾਣੇ ਨੂੰ ਅੱਗੇ ਨੂੰ ਗਏ ਸਨ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦਾ ਵਰਤਮਾਨ ਸਰੂਪ 1930 ਈਸਵੀ ਦੇ ਵਿੱਚ ਹੋਂਦ ਵਿੱਚ ਆਇਆ। ਭਾਵੇਂ ਕਿ ਸੰਗਤਾਂ ਬਹੁਤ ਚਿਰ ਪਹਿਲਾਂ ਤੋਂ ਹੀ ਇਸ ਸਥਾਨ ਦੀ ਚਰਨ ਧੂੜ ਬਰਸ ਰਹੀਆਂ ਸਨ। ਗੁਰੂ ਜੀ ਦੇ ਹੁਕਮ ਦੇ ਮੁਤਾਬਿਕ ਇੱਥੇ ਹਰ ਸਾਲ ਬਸੰਤ ਪੰਚਮੀ ਨੂੰ ਭਾਰੀ ਮੇਲਾ ਲੱਗਦਾ ਹੈ। ਇਸ ਦਿਨ ਢਾਡੀ ਵਾਰਾਂ ਦਾ ਇੱਕ ਮਹਾਨ ਕੁੰਭ ਵੀ ਹੁੰਦਾ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਇੱਥੇ ਆ ਕੇ ਨਤਮਸਤਕ ਹੋ ਕੇ ਸਜਦਾ ਕਰਦੀਆਂ ਨੇ, ਗੁਰੂ ਘਰ ਦੀ ਖੁਸ਼ੀ ਦੀ ਪ੍ਰਾਪਤੀ ਦੇ ਲਈ ਆਸ਼ੀਰਵਾਦ ਲੈਂਦੀਆਂ ਨੇ। ਇਸ ਗੁਰਦੁਆਰਾ ਸਾਹਿਬ ਨਾਲ ਮੇਰੀ ਬਚਪਨ ਤੋਂ ਹੀ ਬਹੁਤ ਸ਼ਰਧਾ। ਮੈਂ ਜਦੋਂ 2 ਸਾਲ ਦਾ ਸੀਗਾ, ਸਾਡੀ ਮਾਤਾ ਜੀ ਸਾਨੂੰ ਇੱਥੇ ਲੈ ਕੇ ਆਉਂਦੇ ਹੁੰਦੇ ਸੀਗੇ ਤੇ ਬਹੁਤ ਹੀ ਆਨੰਦ ਆਉਂਦਾ ਹੈ ਇੱਥੇ ਆ ਕੇ। ਤੇ ਮੈਂ ਤਾਂ ਸਾਧ ਸੰਗਤ ਨੂੰ ਇਹੀ ਬੇਨਤੀ ਕਰਾਂਗਾ ਕਿ ਇੱਥੇ ਗੁਰਦੁਆਰਾ ਸਾਹਿਬ ਜ਼ਰੂਰ ਦਰਸ਼ਨ ਲਈ ਆਇਆ ਕਰੋ। ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ ਜਾਂ ਲੋਕਲ ਹੋ, ਜਿਹੜੀਆਂ ਸਿੱਖ ਨਿਸ਼ਾਨੀਆਂ ਉਹਨਾਂ ਨੂੰ ਪਲੀਜ਼ ਸਾਂਭ ਕੇ ਰੱਖਿਆ ਕਰੋ, ਕਿਉਂਕਿ ਉਹਦੇ ਨਾਲ ਸਾਡੀ ਇੱਕ
ਬਹੁਤ ਜ਼ਿਆਦਾ ਫੀਲਿੰਗ ਅਟੈਚਮੈਂਟ ਜਾਂ ਕਹਿ ਲਓ ਜਾਂ ਫੀਲਿੰਗ ਕਹਿ ਲਓ ਜਿਹੜੀ ਜੁੜੀ ਹੁੰਦੀ ਹੈ। ਇੱਥੇ ਆ ਕੇ ਮੇਰੇ ਸ਼ਰਧਾ ਭਾਵਨਾ ਹੋਰ ਵੀ ਜ਼ਿਆਦਾ ਵਧੀ। ਮੈਂ ਸੋਚਿਆ ਕਿ ਮੈਂ ਇਕੱਲੀ ਰਹਿ ਗਈ ਸੀ ਤੇ ਮੇਰੀ ਫੈਮਿਲੀ ਦੀ ਡੈਥ ਹੋ ਗਈ ਸੀ, ਸਾਰਿਆਂ ਦੀ ਪਰਿਵਾਰ 'ਚ ਮੈਂ ਇਕੱਲੀ ਰਹਿ ਗਈ ਸੀ, ਜਿੱਥੋਂ ਕਿ ਮੈਨੂੰ ਕਦੀ ਵੀ ਕੋਈ ਵੀ ਸਹਾਰਾ ਕਿਸੇ ਨੇ ਨਹੀਂ ਦਿੱਤਾ ਹੈਗਾ। ਤੇ ਪ੍ਰਮਾਤਮਾ ਵੱਲੋਂ ਮੈਨੂੰ ਇੰਨੀ ਸ਼ਕਤੀ ਮਿਲੀ ਕਿ ਮੈਂ ਪਾਠ ਕਰਨ ਲੱਗੀ। ਫਿਰ ਮੈਂ ਸੋਚਿਆ ਕਿ ਮੈਂ ਗੁਰਦੁਆਰੇ 'ਚ ਜਾ ਕੇ ਸੇਵਾ ਕਰਾਂ ਤੇ ਮੈਂ ਹੋਰਾਂ ਨੂੰ ਵੀ ਇਹੀ ਕਹਿੰਦੀ ਆ ਵੀ ਜਿਹੜਾ ਆਪਣਾ ਅਕੇਲਾਪਨ ਹੈ ਉਹ ਤਾਂ ਦੂਰ ਹੁੰਦਾ ਹੀ ਹੁੰਦਾ ਏ ਤੇ ਆਪਾਂ ਗਲਤ ਪਾਸੇ ਨਹੀਂ ਜਾਣਾ ਹੈਗਾ ਤੇ ਵਾਹਿਗੁਰੂ ਜੀ ਦੇ ਚੰਗੇ ਪਾਸੇ ਆਉਣਾ ਏ ਤੇ ਚੰਗੇ ਪਾਸੇ ਲੱਗਾਂਗੇ ਤੇ ਇੱਥੇ ਆ ਕੇ ਜੋ ਸਾਨੂੰ ਸ਼ਰਧਾ ਭਾਵਨਾ ਤੇ ਅੱਗੇ ਵਧਣ ਦਾ ਮੌਕਾ ਵੀ ਮਿਲੇਗਾ। ਇੱਥੇ ਹਰ ਵੇਲੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਇਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਯਾਦਗਾਰ ਮਹਾਨ ਇਤਿਹਾਸਕ ਸਥਾਨ ਸੰਗਤਾਂ ਦੇ ਦਰਸ਼ਨ ਵਾਸਤੇ, ਜਿੱਥੇ ਗੁਰੂ ਕੇ ਲੰਗਰ ਵੀ 24 ਘੰਟੇ ਵਰਤਦੇ ਆ। ਸੰਗਤਾਂ ਦੀ ਰਿਹਾਇਸ਼ ਦੇ ਵੀ ਬਹੁਤ ਸੋਹਣੇ ਪ੍ਰਬੰਧ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਮੁੱਚੇ ਪ੍ਰਬੰਧ ਵੱਲੋਂ ਕੀਤੇ ਜਾਂਦੇ ਹਨ। ਔਰ ਆਈਆਂ ਗਈਆਂ ਸੰਗਤਾਂ ਦੀ ਰਿਹਾਇਸ਼ ਦੇ ਨਾਲ ਨਾਲ ਸੰਗਤਾਂ ਦੀਆਂ ਜੋ ਹਰ ਪ੍ਰਕਾਰ ਦੀਆਂ ਸਹੂਲਤਾਂ ਨੇ ਉਹ ਇੱਥੇ ਸੰਗਤ ਨੂੰ ਦਿੱਤੀਆਂ ਜਾਂਦੀਆਂ ਹਨ। ਸਿੱਖ ਅਜਾਇਬ ਘਰ ਦੇ ਵਿੱਚ ਸਿੱਖ ਧਰਮ ਤੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀਆਂ ਤਸਵੀਰਾਂ ਨੇ। ਸਮੂਹ ਸੰਗਤਾਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਸਥਾਨ ਤੇ ਪਟਿਆਲੇ ਸ਼ਹਿਰ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇੱਕ ਹੋਰ ਇਤਿਹਾਸਕ ਬਚਨ ਭਾਗ ਰਾਮ ਨੇ ਬੇਨਤੀ ਕੀਤੀ ਭਾਗਮਲ ਜੀ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਨਗਰ ਵਿੱਚ ਆਬਾਦੀ ਨਹੀਂ ਵਧਦੀ। ਤੋਂ ਨੌਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਵੀ ਇੱਥੇ ਸਿੱਖਾਂ ਦੀ ਉੱਘੀ ਰਾਜਧਾਨੀ ਹੋਵੇਗੀ ਔਰ ਸਿੱਖ ਆਬਾਦੀ ਵੀ ਬਹੁਤ ਹੋਵੇਗੀ। ਸਮਾਂ ਪਾ ਕੇ ਬਾਬਾ ਆਲਾ ਸਿੰਘ ਜੀ ਜੋ ਪਟਿਆਲੇ ਦੇ ਰਾਜਿਆਂ ਦੇ ਵਡੇਰੇ ਸਨ, ਉਹਨਾਂ ਨੇ ਫਿਰ ਇਹ ਨਗਰ ਬੰਨਿਆ ਔਰ ਇਸ ਨਗਰ ਦਾ ਨਾਮ ਸੰਸਾਰ ਵਿੱਚ ਪ੍ਰਸਿੱਧ ਹੋਇਆ। ਇਹ ਨਗਰ ਵੀ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨਾਲ ਹੀ ਵਸਿਆ। ਸਾਰੀਆਂ ਸੰਗਤਾਂ ਨੂੰ ਇਸ ਪਾਵਨ ਸਥਾਨ ਤੇ ਨਤਮਸਤਕ ਹੋ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।